ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰ ਕਿਰਪਾਲ ਜਪੈ ਤਾਪ ਗੁਣ ਸਭੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਛਲ पवित्र पावन हजूरी च जुड़ बैठी गुरु की साजी और नवाजी हुई। गुरु का खास रूप गुरु खालसा साध संगत जियो धनता दे पात्र हो। अमृत वेले तो गुरु चरना च जुड़ के सतगुरां दी अमृतमयी गुरबाणी श्री आसा जी दी वार दे शब्द कीर्तन रागी ਸਿੰਘਾਂ ਦੀ रसना तो बहुत ही अदब सत्कार सहित आप जी ने सरवण कीते हन। ਅੱਜ ਦੇ ਅੰਮ੍ਰਿਤ ਵੇਲੇ ਦੇ ਪਾਵਨ ਮਹਾਵਾਕ ਜੋ ਗੁਰਦੇਵ ਜੀ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੁੰਦਿਆਂ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੇ ਹਨ। ਸਤਿਗੁਰਾਂ ਦੇ ਪਾਵਨ ਮਹਾਵਾਕ ਪੜਨ ਸੁਣਨ ਤੇ ਵਿਚਾਰਨ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਸਤਿਗੁਰਾਂ ਨੇ ਬਖਸ਼ਿਆ। ਔਰ ਰੋਮ ਰੋਮ ਕਰਕੇ ਸਤਿਗੁਰਾਂ ਦਾ ਸ਼ੁਕਰ ਹੈ, ਕੋਟਾਨ ਕੋਟ ਸ਼ੁਕਰ ਹੈ। आओ धन गुरु नानक साहब जी दे पवित्र चरनां विच सुरतियां बिरतियां जोड़िए। एकाग्रता बनाउण निमित्त अपनी रसना नूं पवित्र करदिआं आखो जी सतनाम श्री वाहिगुरु साहिब जी। सतनाम श्री वाहिगुरु साहिब जी। सतनाम श्री वाहिगुरु साहिब जी। आसा महला पहला। चले चलन हार वाट वटाया। आसा राग है। पहले पातशाह धन गुरु नानक साहब जी महाराज जी अष्टपदियां उच्चारण कर रहे ने। गरीब नवाज पातशाह कहते हैं संसार विच चलण वाले जीव चल रहे ने, पर वो राह ते नहीं चल रहे जिहड़े रस्ते ते चलना चाहिए। आखो सतनाम श्री वाहिगुरु। चल रहे ने, ऐसा कोई संदेह नहीं कि जीव चल नहीं रहे, चल रहे ने, पर उस रस्ते ते नहीं चल रहे जिहड़ा रस्ता गुरु ने दसिया, जिहड़ा रस्ता परमेश्वर ने दसिया। ਉਹਦੇ ਤੋਂ ਰਸਤਾ ਵਟਾ ਕੇ ਵਟਾਇਆ, ਉਹ ਰਾਹ ਛੱਡ ਕੇ ਦੂਜੇ ਰਾਹ ਤੇ ਟੁਰਿਆ ਹੋਇਆ। ਗੁਰੂ ਸਾਹਿਬ ਦੇ ਦੱਸੇ ਰਾਹ ਤੇ ਨਹੀਂ ਟੁਰਦਾ। ਸੰਸਾਰ ਦੇ ਲੋਕਾਂ ਦੀ ਇਹ ਪ੍ਰਵਿਰਤੀ ਬਣ ਗਈ ਹੈ ਕਿ ਉਹ ਰਸਤਾ ਵਟਾ ਕੇ ਦੂਜੇ ਰਾਹ ਤੇ ਟੁਰਿਆ ਜਾਂਦਾ, ਗੁਰੂ ਦੱਸੇ ਮਾਰਗ ਤੇ ਨਹੀਂ ਚੱਲਦਾ। ਅੱਜ ਵੇਖਣ ਵਿੱਚ ਆਉਂਦਾ ਗੁਰੂ ਮਰਿਆਦਾ ਨੂੰ ਇੱਕ ਪਾਸੇ ਰੱਖ ਦਿੰਦਾ, ਕਹਿੰਦਾ ਕੋਈ ਗੱਲ ਨਹੀਂ, ਇਹ ਤਾਂ ਘਰ ਵਾਲੀ ਗੱਲ ਹੈ। ਗੁਰੂ ਮਰਿਆਦਾ ਨੂੰ ਪਾਸੇ ਰੱਖ ਕੇ ਦੁਨੀਆਦਾਰੀ ਦੇ ਰਾਹ ਤੇ ਟੁਰ ਪੈਂਦਾ ਵੀ ਦੁਨੀਆ ਖੁਸ਼ ਕਰਨੀ ਹੈ, ਲੋਕ ਪ੍ਰਸੰਨ ਕਰਨੇ। ਇਹ ਮਨੁੱਖ ਦਾ ਸੁਭਾਅ ਬਣ ਗਿਆ। ਰੱਬ ਦੇ ਘਰ ਵਾਲੇ ਪਾਸੇ ਜਾਣ ਵਾਲੇ ਰਸਤੇ ਤੇ ਨਹੀਂ ਜਾਂਦਾ, ਉਹ ਰਸਤਾ ਵਟਾ ਲੈਂਦਾ। ਉਸ ਰਸਤੇ ਨੂੰ ਛੱਡ ਕੇ ਟੇਢੇ ਰਾਹ ਤੇ ਭੈੜਿਆਂ ਰਾਹਾਂ ਤੇ ਇਹ ਚੱਲ ਰਿਹਾ ਹੈ। ਤੰਦ ਪਿਟੈ ਸੰਸਾਰ ਸੱਚ ਨਾ ਪਾਇਆ। ਸੰਸਾਰ ਦੇ ਲੋਕ, ਸੰਸਾਰੀ ਲੋਕ ਧੰਦੇ ਪਿੱਟ ਰਹੇ ਨੇ। ਧੰਦਿਆਂ ਨੂੰ ਪਿੱਟਦੇ ਪਿੱਟਦੇ ਮਰ ਮੁੱਕ ਜਾਂਦੇ ਨੇ। ਜਿਹੜਾ ਸੱਚ ਹੈ ਉਹ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਕਹਿੰਦੇ ਜੀ ਕੀ ਕਰੀਏ, ਟਾਈਮ ਹੀ ਨਹੀਂ ਹੈ। ਨਾ ਗੁਰਦੁਆਰੇ ਜਾਣ ਦਾ ਸਮਾਂ ਲੱਗਦਾ ਹੈ, ਨਾ ਨਿਤਨੇਮ ਕਰਨ ਦਾ ਸਮਾਂ ਲੱਗਦਾ ਹੈ, ਨਾ ਬਹਿ ਕੇ ਕੋਈ ਪਾਠ ਪੂਜਾ ਕਰਨ ਦਾ ਸਮਾਂ ਲੱਗਦਾ ਹੈ। ਕੀ ਕਰੀਏ ਜੀ, ਧੰਦੇ ਹੀ ਬੜੇ ਨੇ। ਮਹਾਰਾਜ ਕਹਿੰਦੇ ਸੰਸਾਰੀ ਬੰਦਿਆਂ ਨੂੰ ਸੱਚ ਭਾਉਂਦਾ ਹੀ ਨਹੀਂ।
ਉਹ ਧੰਦੇ ਪਿੱਟਦਿਆਂ ਪਿੱਟਦਿਆਂ ਹੀ ਸਾਰੀ ਜ਼ਿੰਦਗੀ ਮਰ ਜਾਂਦੇ ਨੇ, ਮੁੱਕ ਜਾਂਦੇ ਹਨ। ਕਿਆ ਭਾਵੀਐ ਕਿਆ ਢੂੰਡੀਐ, ਗੁਰ ਸ਼ਬਦ ਦਿਖਾਇਆ। ਜਦੋਂ ਗੁਰੂ ਨੇ ਆਪਣੇ ਸ਼ਬਦ ਰਾਹੀਂ ਸਾਨੂੰ ਸਭ ਕੁਝ ਵਿਖਾ ਦਿੱਤਾ, ਚਾਨਣਾ ਕਰ ਦਿੱਤਾ, ਗੁਰੂ ਨੇ ਹਨੇਰਾ ਰਹਿਣ ਹੀ ਨਹੀਂ ਦਿੱਤਾ। ਗੁਰੂ ਸਾਹਿਬ ਨੇ ਸਾਡੇ ਕੋਲੋਂ ਕੋਈ ਪਰਦਾ ਰੱਖਿਆ ਹੀ ਨਹੀਂ, ਸਭ ਕੁਝ ਚਾਨਣਾ ਕਰਕੇ ਗੁਰ ਸ਼ਬਦ ਦੁਆਰਾ ਵਿਖਾ ਦਿੱਤਾ। ਤੇ ਜਿਹਨੂੰ ਗੁਰੂ ਨੇ ਆਪਣੇ ਸ਼ਬਦ ਦੁਆਰੀ ਸਭ ਕੁਝ ਵਿਖਾ ਦਿੱਤਾ ਹੈ, ਕਹਿੰਦੇ ਫਿਰ ਉਹਨੂੰ ਕੀ ਭਾਵਨਾ ਪਵੇਗਾ ਕਿਸੇ ਤੀਰਥ ਤੇ, ਜਾਂ ਫਿਰ ਕੀ ਉਹਨੂੰ ਲੱਭਣ ਦੀ ਲੋੜ ਰਹਿ ਗਈ। ਯਾਨੀ ਕਿ ਉਹਨੂੰ ਨਾ ਕਿਸੇ ਤੀਰਥ ਤੇ ਭਰਮਣ ਦੀ ਲੋੜ ਰਹੀ, ਨਾ ਕਿਤੇ ਜਾ ਕੇ ਕੁਝ ਲੱਭਣ ਦੀ ਲੋੜ ਰਹੀ, ਕਿਉਂਕਿ ਜੋ ਕੁਝ ਚਾਹੀਦਾ ਸੀ ਗੁਰੂ ਨੇ ਆਪਣੇ ਸ਼ਬਦ ਦੁਆਰਾ ਆਪਣੇ ਸੇਵਕ ਨੂੰ ਵਿਖਾ ਦਿੱਤਾ। ਉਹਨੂੰ ਫਿਰ ਕਿਸੇ ਹੋਰ ਜਗ੍ਹਾ ਤੇ ਜਾ ਕੇ ਭਾਲਣ ਦੀ, ਲੱਭਣ ਦੀ ਜਾਂ ਕਿਤੇ ਭਰਮਣ ਦੀ ਲੋੜ ਨਹੀਂ ਰਹੀ, ਜਿਸ ਨੂੰ ਗੁਰੂ ਨੇ ਆਪਣੇ ਸ਼ਬਦ ਦੁਆਰਾ ਆਪਣੇ ਨਿਜ ਸਰੂਪ ਦੇ ਦਰਸ਼ਨ ਕਰਾ ਦਿੱਤੇ। ਮਮਤਾ ਮੋਹ ਵਿਸਰਜਿਆ, ਆਪਣੇ ਘਰ ਆਇਆ। ਉਸ ਗੁਰਮੁਖ ਦੇ ਹਿਰਦੇ ਚੋਂ ਮਮਤਾ ਤੇ ਮੋਹ ਦੋਵੇਂ ਹੀ ਵਿਸਰ ਜਾਂਦੇ ਨੇ, ਨਾ ਕਿਸੇ ਪਦਾਰਥ ਦੀ ਮਮਤਾ ਤੇ ਨਾ ਕਿਸੇ ਨਾਲ ਮੋਹ। ਮੋਹ ਤੇ ਮਮਤਾ ਤੋਂ ਰਹਿਤ ਹੋ ਕੇ ਉਹ ਆਪਣੇ ਨਿਜ ਘਰ ਵਿੱਚ ਆ ਜਾਂਦਾ। ਜਦੋਂ ਤੱਕ ਮੋਹ ਤੇ ਮਮਤਾ ਦਾ ਪਰਦਾ ਹੈ, ਇਹ ਆਪਣੇ ਨਿਜ ਘਰ ਵਿੱਚ ਨਹੀਂ ਆਉਂਦਾ। ਮੋਹ ਇਹਨੂੰ ਆਪਣੇ ਆਪ ਵਾਲੇ ਪਾਸੇ ਜਾਣ ਹੀ ਨਹੀਂ ਦਿੰਦਾ, ਉਹ ਪਰਦਾ ਬਣ ਕੇ ਸਾਹਮਣੇ ਖਲੋ ਜਾਂਦਾ, ਰੁਕਾਵਟ ਬਣ ਜਾਂਦਾ। ਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਗੁਰੂ ਨੇ ਆਪਣੇ ਸ਼ਬਦ ਦੁਆਰਾ ਸਭ ਕੁਝ ਵਿਖਾ ਦਿੱਤਾ ਹੈ, ਉਹਨਾਂ ਅੰਦਰੋਂ ਮਾਇਆ ਤੇ ਮਮਤਾ ਦਾ ਮੋਹ ਆਦਿਕ ਜਿਹੜੀਆਂ ਬਿਰਤੀਆਂ ਨੇ ਉਹ ਦੂਰ ਹੋ ਗਈਆਂ। ਔਰ ਉਹ ਗੁਰਮੁਖ ਆਪਣੇ ਨਿਜ ਘਰ ਵਿੱਚ ਜੋ ਨਿਜ ਸਰੂਪ ਹੈ ਉਹਦੇ ਵਿੱਚ ਆ ਜਾਂਦੇ ਹਨ। ਰਹਾਉ ਸੱਚ ਮਿਲੈ ਸਚਿਆਰ, ਕੂੜ ਨਾ ਪਾਈਐ। ਇਹ ਗੱਲ ਤਾਂ ਅਵਸ਼ ਹੈ ਨਾ ਵੀ ਸਚਿਆਰ ਹੀ ਸੱਚ ਨੂੰ ਮਿਲਦੇ ਨੇ, ਸੱਚ ਸਰੂਪ ਅਕਾਲ ਪੁਰਖ ਨੂੰ ਉਹੀ ਮਿਲਦੇ ਨੇ ਜਿਹੜੇ ਸਚਿਆਰ ਬਣਦੇ ਨੇ। ਜਿਹੜੇ ਝੂਠੇ ਨੇ, ਕੂੜ ਨਾਲ ਜੁੜੇ ਹੋਏ ਨੇ, ਉਹ ਝੂਠੇ ਸੱਚ ਵਿੱਚ ਕਿਵੇਂ ਅਭੇਦ ਹੋ ਸਕਦੇ ਨੇ? ਨਹੀਂ ਹੋ ਸਕਦੇ। ਕੂੜ ਨਾ ਪਾਈਐ, ਝੂਠੇ ਉਸ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜਿਹੜੇ ਸੱਚ ਨਾਲ ਜੁੜੇ ਹੋਏ ਨੇ, ਸਚਿਆਰ ਨੇ, ਉਹੀ ਉਸ ਸੱਚ ਸਰੂਪ ਪਰਮੇਸ਼ਰ 'ਚ ਭੇਦ ਹੋਣਗੇ। ਸੌਫੀ ਨੂੰ ਸੌਫੀ ਮਿਲਦੇ ਨੇ, ਅਮਲੀਆਂ ਨੂੰ ਅਮਲੀ ਟੱਕਰਦੇ ਆ। ਜੈਸਾ ਕੋਈ ਹੁੰਦਾ ਉਹਨੂੰ ਅੱਗੇ ਵੈਸਾ ਮਿਲ ਜਾਂਦਾ। ਚੋਰ ਨੂੰ ਚੋਰ ਟੱਕਰ ਪੈਂਦੇ ਆ, ਸਾਧਾਂ ਨੂੰ ਸਾਧ ਅੱਗੇ ਮਿਲ ਜਾਂਦੇ ਆ। ਤੋ ਸਚਿਆਰ ਜਿਹੜਾ ਹੋਵੇਗਾ ਉਹ ਸੱਚ ਨੂੰ ਮਿਲੇਗਾ, ਸੱਚ ਦੇ ਸਰੂਪ ਦੀ ਪ੍ਰਾਪਤੀ ਕਰੇਗਾ। ਪੁੱਛਿਆ ਮਹਾਰਾਜ ਸਚਿਆਰ ਕਿਵੇਂ ਬਣੀਦਾ? ਕਿਉਂ ਸਚਿਆਰਾ ਹੋਈ ਹੈ? ਪਾਤਸ਼ਾਹ ਕਹਿੰਦੇ ਜਦੋਂ ਝੂਠ ਦੀ ਕੰਧ ਟੁੱਟ ਜਾਏ ਉਦੋਂ ਸਚਿਆਰ ਹੋ ਜਾਈਦਾ। ਤੇ ਫਿਰ ਪੁੱਛਿਆ ਕਿਵ ਕੂੜਾ ਟੁੱਟੈ ਪਾਲ, ਮਹਾਰਾਜ ਝੂਠ ਦੀ ਕੰਧ ਕਿਵੇਂ ਟੁੱਟੇ? ਤਾਂ ਸਾਹਿਬ ਫਰਮਾਉਂਦੇ ਇੱਕੋ ਤਰੀਕਾ ਹੁਕਮ ਰਜਾਈ ਚੱਲਣਾ। ਪਰਮੇਸ਼ਰ ਦੇ ਹੁਕਮ 'ਚ ਉਹਦੀ ਰਜਾ 'ਚ ਚੱਲਣਾ ਸ਼ੁਰੂ ਕਰ ਦੇ ਤਾਂ ਇਹ ਝੂਠ ਦੀ ਕੰਧ ਟੁੱਟ ਜਾਏਗੀ। ਹੋਰ ਕੋਈ ਰਸਤਾ ਨਹੀਂ। ਸਚਿਆਰ ਹੋ ਕੇ ਹੀ ਸੱਚ ਵਿੱਚ ਭੇਦ ਹੋਈਦਾ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕੁੜਿਆਰ ਕੁੜਿਆਰੀ ਜਾਏ ਰਲੇ। ਝੂਠੇ ਝੂਠਿਆਂ 'ਚ ਜਾ ਕੇ ਰਲ ਕੇ ਬਹਿੰਦੇ ਐ। ਜਿਹੜੇ ਸਚਿਆਰ ਨੇ ਉਹ ਸੱਚੇ ਦੀ ਸ਼ਰਨ 'ਚ ਆ ਕੇ ਸੱਚੇ ਸਤਿਗੁਰਾਂ ਦੀ ਸੰਗਤ ਕਰਦੇ ਹਨ। ਜੋ ਸਚਿਆਰ ਹਨ ਮਹਾਰਾਜ ਜੀ ਕਹਿੰਦੇ ਉਹ ਸੱਚ ਨੂੰ ਮਿਲ ਜਾਂਦੇ ਨੇ। ਕੂੜ ਨਾ ਪਾਈਐ, ਜਿਹੜੇ ਝੂਠੇ ਨੇ, ਝੂਠ ਦੁਆਰਾ ਉਸ ਸੱਚ ਸਰੂਪ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਸੱਚੇ ਸਿਉ ਚਿਤ ਲਾਏ, ਬਹੁੜ ਨਾ ਆਈ। ਜਿਹੜੇ ਉਸ ਸੱਚੇ ਨਾਲ ਆਪਣਾ ਚਿੱਤ ਲਾ ਲੈਂਦੇ ਹਨ, ਬਹੁੜ ਨਾ ਆਈ ਹੈ, ਉਹ ਮੁੜ ਕੇ ਸੰਸਾਰ ਦੇ ਜਨਮ ਮਰਨ ਦੇ ਚੱਕਰਾਂ 'ਚ ਨਹੀਂ ਆਉਂਦੇ।
ਜਿਹੜੇ ਸੱਚ 'ਚ ਮਿਲ ਗਏ, ਜਿਹੜੇ ਸੱਚ 'ਚ ਅਭੇਦ ਹੋ ਗਏ, ਉਹ ਮੁੜ ਕੇ ਸੰਸਾਰ ਦੇ ਆਵਾਗੁਣ ਦੇ ਚੱਕਰਾਂ ਵਿੱਚ ਨਹੀਂ ਆਉਂਦੇ। ਮੋਇਆ ਕੋ ਕਿਆ ਰੋਵਹੁ, ਰੋਏ ਨਾ ਜਾਣਹੁ। ਸੰਬੰਧੀਆਂ ਦੇ ਮਰ ਜਾਣ ਤੋਂ ਬਾਅਦ ਇਹ ਰੋਂਦਾ ਹੈ। ਕੋਈ ਸੱਜਣ ਕੋਈ ਮਿੱਤਰ ਚਲਾਣੇ ਕਰ ਜੇ ਰੋਂਦਾ ਹੈ। ਮਹਾਰਾਜ ਜੀ ਕਹਿੰਦੇ ਹੋ ਮਰਿਆਂ ਨੂੰ ਕੀ ਰੋਵਣਾ, ਅਸਲ 'ਚ ਤੈਨੂੰ ਰੋਣਾ ਆਉਂਦਾ ਹੀ ਨਹੀਂ, ਤੈਨੂੰ ਪਤਾ ਹੀ ਨਹੀਂ ਵੀ ਰੋਣਾ ਕਦੋਂ ਹੈ। ਕੋਈ ਮਰਦਾ ਤੂੰ ਉਦੋਂ ਰੋਣਾ, ਉਦੋਂ ਰੁਦਨ ਕਰਦਾ ਜਦੋਂ ਤੈਨੂੰ ਕੋਈ ਦੁੱਖ ਲੱਗਦਾ, ਕਿਸੇ ਪ੍ਰਕਾਰ ਦੀ ਪੀੜਾ ਨਾਲ ਤੂੰ ਆਹਤ ਹੁੰਦਾ, ਉਦੋਂ ਰੋਣਾ। ਅਸਲ ਵਿੱਚ ਤੈਨੂੰ ਰੋਣ ਦਾ ਪਤਾ ਹੀ ਨਹੀਂ ਵੀ ਰੋਣਾ ਕਦੋਂ ਹੈ। ਪਾਤਸ਼ਾਹ ਕਹਿੰਦੇ ਇਹ ਨਹੀਂ ਕਹਿੰਦੇ ਤੂੰ ਨਾ ਰੋ, ਰੋਵਣਾ ਚਾਹੀਏ, ਪਰ ਰੋਵਣ ਦਾ ਪਤਾ ਤਾਂ ਹੋਵੇ ਵੀ ਰੋਣਾ ਕਿਹੜੇ ਵੇਲੇ। ਕਿਸੇ ਦੇ ਮਰ ਜਾਣ ਤੇ ਰੋਣਾ ਕਾਹਦਾ ਰੋਣਾ, ਉਹ ਤਾਂ ਹੁਕਮ ਵਿੱਚ ਆਇਆ, ਹੁਕਮ 'ਚ ਚਲਾ ਗਿਆ। ਹੁਕਮੇ ਜੰਮਣਾ ਹੁਕਮੇ ਮਰਨਾ, ਉੱਥੇ ਕੀ ਰੋਣਾ ਹੋਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਐਸੀ ਬਸਤੀ ਵਿੱਚ ਗਏ, ਇੱਕ ਨਗਰ ਵਿੱਚ ਗਏ, ਜਿੱਥੇ ਜਦੋਂ ਕੋਈ ਜੰਮਦਾ ਤੇ ਰੋਂਦੇ ਸੀ, ਤੇ ਜਦੋਂ ਕੋਈ ਮਰਦਾ ਤੇ ਹੱਸਦੇ ਸੀ। ਸਤਿਗੁਰੂ ਜੀ ਨੇ ਆਖਿਆ ਵੀ ਤੁਸੀਂ ਇਹ ਉਲਟੀ ਪ੍ਰਵਿਰਤੀ ਆਮ ਕਰਕੇ ਸਮਾਜ ਵਿੱਚ ਜਦੋਂ ਕੋਈ ਜੰਮਦਾ ਲੋਕ ਵਧਾਈਆਂ ਦਿੰਦੇ ਨੇ, ਖੁਸ਼ੀਆਂ ਮਨਾਉਂਦੇ, ਤੇ ਮਰਦਾ ਤੇ ਉਦੋਂ ਰੋਂਦੇ ਨੇ, ਤੁਸੀਂ ਉਲਟਾ ਕੰਮ ਕਰਦੇ ਹੋ ਵੀ ਜਦੋਂ ਕੋਈ ਜੰਮਦਾ ਉਦੋਂ ਰੋਂਦੇ ਹੋ ਤੇ ਜਦੋਂ ਕੋਈ ਮਰਦਾ ਉਦੋਂ ਹੱਸਦੇ ਹੋ। ਇਹ ਕੀ ਮਤਲਬ? ਕਹਿੰਦੇ ਜੀ ਅਸੀਂ ਇਹ ਸਮਝਦੇ ਹਾਂ ਵੀ ਬੰਦਾ ਜੰਮਦਾ ਉਦੋਂ ਹੈ ਜਦੋਂ ਪਰਮੇਸ਼ਰ ਤੋਂ ਵਿਛੜਦਾ ਹੈ, ਜਦੋਂ ਮਰ ਜਾਂਦਾ ਤੇ ਅਸੀਂ ਸੋਚਦੇ ਹਾਂ ਵੀ ਬਸ ਹੁਣੇ ਖੁਸ਼ ਹੁੰਦੇ ਹਾਂ ਵੀ ਹੁਣੇ ਰੱਬ ਨੂੰ ਮਿਲ ਜਾਏਗਾ। ਮਹਾਰਾਜ ਜੀ ਕਹਿੰਦੇ ਤਾਂ ਤੁਹਾਡਾ ਮਨਮੁਖਾਂ ਵਾਲਾ ਸੁਭਾਅ ਹੈ ਕਿ ਪਰਮੇਸ਼ਰ ਦਾ ਜਦੋਂ ਜੀਵ ਭੇਜਿਆ ਕੋਈ ਆਉਂਦਾ ਤੁਸੀਂ ਰੋਂਦੇ ਹੋ ਅੱਗੋਂ। ਉਹਦੇ ਸੱਦੇ ਨਾਲ ਜਦੋਂ ਕੋਈ ਕਹੇ ਵੀ ਮਰਨ ਤੋਂ ਬਾਅਦ ਪਰਮੇਸ਼ਰ 'ਚ ਕੋਈ ਅਭੇਦ ਹੁੰਦਾ ਹੈ, ਵੀ ਤੁਹਾਡਾ ਭੁਲੇਖਾ ਹੈ ਜੀ, ਸਾਰੀ ਜ਼ਿੰਦਗੀ ਕਰਮ ਹੀ ਚੰਗੇ ਨਹੀਂ ਕੀਤੇ। ਇਹ ਮਨਮੁਖ ਦਾ ਆਚਾਰ ਹੈ। ਪਾਤਸ਼ਾਹ ਕਹਿੰਦੇ ਤੁਹਾਨੂੰ ਪਤਾ ਹੀ ਨਹੀਂ ਵੀ ਰੋਵਣਾ ਕਿਹੜੇ ਵੇਲੇ ਹੈ। ਰੋਏ ਨਾ ਜਾਣ ਹੂ, ਤੁਹਾਨੂੰ ਰੋਣਾ ਹੀ ਨਹੀਂ ਵੀ ਰੋਣਾ। ਸੱਚ ਸਲਾਹੇ ਹੁਕਮ ਪਛਾਣਹੁ। ਕਹਿੰਦੇ ਜਦੋਂ ਰੋਣਾ ਉਦੋਂ ਇਸ ਤਰ੍ਹਾਂ ਰੋਵੋ ਜੇ ਰੋਣਾ ਉਸ ਸੱਚੇ ਨੂੰ ਸਲਾਉਂਦਿਆਂ ਸਲਾਉਂਦਿਆਂ ਤੁਹਾਡੇ ਨੇਤਰਾਂ 'ਚੋਂ ਨੀਰ ਵਹਿਣ ਲੱਗ ਪਵੇ, ਉਹਦੀਆਂ ਸਿਫਤਾਂ ਕਰਦਿਆਂ, ਉਸ ਨਿਰੰਕਾਰ ਦੀਆਂ ਵਡਿਆਈਆਂ ਕਥਨ ਕਰਦਿਆਂ। ਕਹਿੰਦੇ ਰੋਣਾ ਤੇ ਉਦੋਂ ਰੋਵੋ ਉਹਦੇ ਵਿਰਾਗ ਵਿੱਚ, ਉਹਦੇ ਵਿਛੋੜੇ ਵਿੱਚ ਕਿ ਹੇ ਵਾਹਿਗੁਰੂ ਅਸੀਂ ਆਪਣੇ ਕੀਤੇ ਕਰਮਾਂ ਕਰਕੇ ਤੇਰੇ ਤੋਂ ਵਿਛੜਿਆ, ਹੁਣ ਤੇ ਤਰਸ ਕਰਕੇ ਆਪਣੇ ਨਾਲ ਮੇਲ ਲੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ, ਮੇਲੋ ਰਾਮ, ਕਰ ਕਿਰਪਾ 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 ਮੇਲੋ ਰਾਮ। ਕਰੋ ਮਹਾਰਾਜ। ਕਹਿੰਦੇ ਉਦੋਂ ਰੋਵੋ, ਇਹ ਰੋਵਣਾ ਸਫਲ ਹੈ। ਰੋਵੈ ਲਾਏ ਪਿਆਰੋ, ਰੋਵੈ ਲਾਏ ਪਿਆਰੋ, ਰੋਵੈ ਲਾਏ ਪਿਆਰੋ, ਰੋਵੈ ਲਾਏ ਪਿਆਰੋ। ਉਹਦੇ ਪਿਆਰ ਵਿੱਚ ਆ ਕੇ ਰੋਵਣਾ, ਨੇਤਰਾਂ 'ਚੋਂ ਨੀਰ ਵਹਿ ਟੁਰਨਾ। ਪਾਤਸ਼ਾਹ ਕਹਿੰਦੇ ਐਸਾ ਰੋਣਾ ਰੋਵੋ। ਕਿਸੇ ਦੇ ਮਰ ਗਿਆ ਕੀ ਰੋਵਣਾ, ਇਹ ਤਾਂ ਹੁਕਮ ਸੀ ਪਰਮੇਸ਼ਰ ਦਾ। ਪਾਤਸ਼ਾਹ ਕਹਿੰਦੇ ਹੁਕਮ ਪਛਾਣਹੁ, ਇਹ ਤਾਂ ਹੁਕਮ ਪਛਾਣ ਉਸ ਪਰਮੇਸ਼ਰ ਦਾ ਵੀ ਹੁਕਮ ਸੀ। ਉਹਦਾ ਸੱਦਿਆ
ਇਹ ਜੀਵ ਚਲਾ ਗਿਆ, ਉਹਦਾ ਭੇਜਿਆ ਆਇਆ ਸੀ। ਹੁਕਮੇ ਵਜੋ ਉਸ ਹੁਕਮੀ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਤੇ ਵਜ਼ਹੋ ਦਾ ਮਤਲਬ ਹੁੰਦਾ ਵੀ ਤਨਖਾਹ। ਆਪਾਂ ਕਹਿ ਦਿੰਦੇ ਆ ਨਾ ਵੀ ਰੋਜ਼ੀਨਾ। ਕਹਿੰਦੇ ਪਰਮੇਸ਼ਰ ਨੇ ਇਹਦੇ ਮੱਥੇ ਤੇ ਲਿਖ ਕੇ ਭੇਜ ਦਿੱਤਾ ਸਭ ਕੁਝ, ਵਜੋਂ ਲਿਖਾ ਕੇ ਆਇਆ ਵੀ ਕੀ ਮਿਲਣਾ। ਆਇਆ ਜਾਣੀਆਂ, ਫਿਰ ਇਹ ਆਇਆ ਜਾਣਿਆ ਜਾਂਦਾ। ਹਾਂਜੀ। ਲਾਹਾ ਪੱਲੇ ਪਾਏ ਹੁਕਮ ਸਿਜਾਣੀਐ। ਕਹਿੰਦੇ ਪਰਮੇਸ਼ਰ ਦੇ ਨਾਮ ਦਾ ਲਾਹਾ ਪੱਲੇ ਵਿੱਚ ਪਾਵੇ ਔਰ ਉਹਦੇ ਹੁਕਮ ਨੂੰ ਸਿਜਾਣੇ, ਉਹਦੇ ਹੁਕਮ ਨੂੰ ਪਛਾਣੇ। ਪਰਮੇਸ਼ਰ ਦੇ ਨਾਮ ਦਾ ਲਾਹਾ ਆਪਣੇ ਪੱਲੇ ਵਿੱਚ ਪਾਵੇ ਔਰ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਪਛਾਣੇ। ਹੁਕਮੇ ਪੈਂਦਾ ਜਾਏ ਦਰਗਹ ਪਾਣੀਐ। ਉਸ ਹੁਕਮੀ ਵਾਹਿਗੁਰੂ ਪਰਮੇਸ਼ਰ ਦੇ ਹੁਕਮ 'ਚ ਚੱਲੇ ਨਾ, ਜਦੋਂ ਹੁਕਮੀ ਪੈਦਾ ਜਾਏ, ਜਦੋਂ ਉਸ ਦੇ ਹੁਕਮ ਦੇ ਵਿੱਚ ਚੱਲੇ ਤਾਂ ਕਹਿੰਦੇ ਨੂੰ ਇੱਜ਼ਤ ਦਾ ਸਿਰੇ ਪਾਉ ਪ੍ਰਾਪਤ ਹੁੰਦਾ ਹੈ। ਪੈਦਾ ਦਾ ਮਤਲਬ ਹੁੰਦਾ ਹੈ ਸਿਰੇ ਪਾਉ ਪੈਣਾ। ਜਦੋਂ ਵਾਹਿਗੁਰੂ ਦੇ ਗੁਰੂ ਦੇ ਹੁਕਮ 'ਚ ਚੱਲਦਾ ਹੈ ਤੇ ਫਿਰ ਪਰਮੇਸ਼ਰ ਦੀ ਦਰਗਾਹ ਵਿੱਚ ਇਹ ਪਾਉਂਦਾ ਹੈ ਔਰ ਇਹ ਇੱਜ਼ਤ ਦਾ, ਮਾਣ ਤੇ ਸਤਿਕਾਰ ਦਾ ਸਿਰੇ ਪਾਉ ਪਹਿਨ ਕੇ ਜਾਂਦਾ ਹੈ। ਹੁਕਮੇ ਹੀ ਸਿਰ ਮਾਰ ਬੰਦ ਰਬਾਣੀਐ। ਬੰਦ ਰਬਾਣੀਆਂ। ਰਬਾਣੀਆਂ ਦਾ ਮਤਲਬ ਹੁੰਦਾ ਰੱਬ ਤੇ ਬੰਦ ਦਾ ਮਤਲਬ ਹੁੰਦਾ ਬੰਦੇ। ਕਹਿੰਦੇ ਜਿਹੜੇ ਰੱਬ ਦੇ ਬੰਦੇ ਨੇ, ਉਹਦੇ ਫਰਿਸ਼ਤੇ ਜੰਮ, ਉਹ ਵੀ ਤਾਂ ਰੱਬ ਦੇ ਹੀ ਨੇ ਨਾ। ਮਹਾਰਾਜ ਜੀ ਕਹਿੰਦੇ ਜਿਹੜੇ ਹੁਕਮ ਦੇ ਵਿੱਚ ਬੰਨ ਕੇ ਮਾਰੇ ਜਾਂਦੇ ਆ ਨਾ, ਜਿਨ੍ਹਾਂ ਨੂੰ ਜੰਮ ਮਾਰਦੇ ਆ, ਉਹ ਵੀ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਵਰਤ ਰਿਹਾ ਤੇ ਉਹਦੇ ਹੁਕਮ ਦੇ ਵਿੱਚ ਹੀ ਉਹਦੇ ਬੰਦੇ ਰੱਬ ਦੇ ਇਸ ਜੀਵ ਨੂੰ ਜੰਮ ਬੰਨ ਕੇ ਮਾਰਦੇ ਹਨ। ਇਹਦੇ ਕੀਤੇ ਕਰਮਾਂ ਦਾ ਇਹਨੂੰ ਦੰਡ ਦਿੰਦੇ ਹਨ। ਸੱਚ ਨਿਆਓ ਮਨ ਵਸਾਈਐ। ਇਹ ਭਾਈ ਲਾਹਾ ਪਰਮੇਸ਼ਰ ਦਾ ਸੱਚਾ ਨਾਮ ਹੈ। ਇਹ ਭਾਈ ਇਹੀ ਉਹਦਾ ਨਿਆਓ ਹੈ। ਇਸ ਸੱਚੇ ਨਿਆਓ ਨੂੰ ਤੂੰ ਆਪਣੇ ਮਨ ਵਿੱਚ ਵਸਾ, ਆਪਣੇ ਹਿਰਦੇ ਵਿੱਚ ਧਾਰਨ ਕਰ। ਲਿਖਿਆ ਪੱਲੇ ਪਾਏ ਗਰਭ ਵੰਜਾਈਐ। ਲਿਖਿਆ ਹੋਇਆ ਹੀ ਪੱਲੇ 'ਚ ਪੈਣਾ। ਜਿਹੜੇ ਲੇਖ ਪਰਮੇਸ਼ਰ ਨੇ ਲਿਖ ਦਿੱਤੇ ਨੇ ਉਹਦੇ ਮੁਤਾਬਕ ਹੀ ਪੱਲੇ ਪੈਣਾ ਜੋ ਪੈਣਾ। ਇਸ ਕਰਕੇ ਹੰਕਾਰ ਛੱਡ ਦੇ, ਗਰਭ ਵੰਜਾਈ ਹੈ। ਹੰਕਾਰ ਛੱਡ। ਕਾਹਦਾ ਹੰਕਾਰ, ਕਾਹਦੀ ਹੈਂਕੜ? ਜੋ ਲਿਖਿਆ ਉਹੀ ਮਿਲ ਰਿਹਾ ਹੈ। ਆਖਦਾ ਮੇਰੇ ਬਲ ਨਾਲ ਮਿਲਿਆ, ਮੈਨੂੰ ਮੇਰੀ ਤਾਕਤ ਨਾਲ ਮਿਲਿਆ, ਮੇਰੀ ਸਿਆਣਪ ਨਾਲ ਮਿਲਿਆ। ਕਾਹਦਾ ਹੰਕਾਰ ਚੁੱਕੀ ਫਿਰਦਾ? ਜੋ ਤੈਨੂੰ ਹੁਣ ਤਾਈਂ ਮਿਲਿਆ ਪਰਮੇਸ਼ਰ ਦੇ ਲਿਖੇ ਹੋਏ ਲੇਖਾਂ ਮੁਤਾਬਕ ਹੀ ਪੱਲੇ ਪਿਆ। ਇਸ ਕਰਕੇ ਆਪਣੇ ਹਿਰਦੇ ਦਾ ਇਹ ਜਿਹੜਾ ਬੇਬੁਨਿਆਦ ਜਿਹਾ ਹੰਕਾਰ ਹੈ, ਇਸ ਹੰਕਾਰ ਨੂੰ, ਇਸ ਗਰਭ ਨੂੰ ਆਪਣੇ ਹਿਰਦੇ ਚੋਂ ਵੰਝਾਈਆ, ਦੂਰ ਕਰ। ਮਨ ਮੁਖਿਆ ਸਿਰ ਮਾਰ ਵਾਦ ਖਪਾਈਐ। ਜਿਹੜੇ ਮਨਮੁਖ ਨੇ, ਮਨਮੁਖੀਏ ਨੇ, ਉਹਨਾਂ ਦੇ ਸਿਰ ਦੇ ਉੱਤੇ ਹਮੇਸ਼ਾ ਜੰਮਾਂ ਦੀ ਮਾਰ ਪੈਂਦੀ ਹੈ ਤੇ ਉਹ ਵਾਦ ਖਪਾਈ ਹੈ, ਝਗੜਿਆਂ 'ਚ ਹੀ ਖਪਾਏ ਜਾਂਦੇ। ਮਨਮੁਖ ਸਦਾ ਹੀ ਝਗੜੇ ਕਰਦਿਆਂ ਜ਼ਿੰਦਗੀ ਬਤੀਤ ਕਰ ਦਿੰਦਾ, ਖਪਦਾ ਖਪਾਉਂਦਾ, ਕਦੇ ਕਿਸੇ ਵਿਕਾਰ ਵਿੱਚ ਖਪਦਾ, ਕਦੇ ਕਿਸੇ ਵਿਕਾਰ ਵਿੱਚ। ਤਪ ਤਪ ਖਪੈ ਬਹੁਤ ਏਦਾਂ ਸਾਰੀ ਜ਼ਿੰਦਗੀ ਉਹਦੀ ਖਪਦਿਆਂ ਹੀ ਲੰਘ ਜਾਂਦੀ ਹੈ। ਠੱਗ ਮੁੱਠੀ ਕੁੜਿਆਰ ਬੰਨ ਚਲਾਈਐ। ਔਰ ਇਹ ਠੱਗੀ ਹੋਈ ਜੀਵ ਰੂਪੀ ਇਸਤਰੀ ਕੁੜਿਆਰ ਝੂਠੀ, ਇਹ ਫਿਰ ਬੰਨ ਕੇ ਅੱਗੇ ਟੋਰੀ ਜਾਂਦੀ ਹੈ। ਬੰਨ ਕੇ ਜਾਮੇ ਨੂੰ ਅੱਗੇ ਚਲਾਉਂਦੇ ਹਨ। ਸਾਹਿਬ ਹਿਰਦੈ ਵਸਾਏ
ਨਾ ਪਛਤਾਵਹੀ। ਬੰਨ ਚਲਾਈਐ ਦਾ ਅਰਥ ਏਦਾਂ ਵੀ ਮਹਾਂਪੁਰਸ਼ ਕਰਦੇ ਕਿ ਜਦੋਂ ਇਹ ਠੱਗੀ ਮੁੱਠੀ ਕੁੜਿਆਰ ਜੀਵ ਰੂਪੀ ਇਸਤਰੀ ਪਰਲੋਕ 'ਚ ਜਾਂਦੀ ਹੈ, ਉੱਥੇ ਫਿਰ ਇਹਦੇ ਕੀਤੇ ਕਰਮਾਂ ਮੁਤਾਬਕ ਇਹਨੂੰ ਬੰਨ ਕੇ ਫਿਰ ਜਨਮ ਦੇ ਵਿੱਚ ਚਲਾ ਦਿੱਤਾ ਜਾਂਦਾ ਹੈ। ਸਾਹਿਬ ਹਿਰਦੈ ਵਸਾਏ ਨਾ ਪਛਤਾਵਹੀ। ਜੇ ਉਸ ਸਾਹਿਬ ਨੂੰ ਆਪਣੇ ਹਿਰਦੇ 'ਚ ਵਸਾਵੇਂ ਤੇ ਤੈਨੂੰ ਪਛਤਾਣਾ ਨਾ ਪਵੇ, ਨਹੀਂ ਤਾਂ ਪਛਤਾਉਣਾ ਪੈਂਦਾ, ਪਛਤਾਤਾਪ ਦੇ ਵਿੱਚ ਸੜਨਾ ਭੁੱਜਣਾ ਪੈਂਦਾ। ਜੇ ਤੂੰ ਆਪਣੇ ਸਾਹਿਬ ਨੂੰ ਆਪਣੇ ਹਿਰਦੇ 'ਚ ਵਸਾ ਲਵੇਂ, ਨਾ ਪਛਤਾਵਹੀ, ਫਿਰ ਤੈਨੂੰ ਪਛਤਾਵਾ ਨਹੀਂ ਕਰਨਾ ਪਵੇਗਾ। ਗੁਣ ਬਖਸ਼ਣਹਾਰ ਸ਼ਬਦ ਕਮਾਵਹੀ। ਜਿਹੜੇ ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਦੇ ਨੇ, ਗੁਰ ਸ਼ਬਦ ਦੇ ਅਭਿਆਸੀ ਨੇ, ਉਹਨਾਂ ਦੇ ਸਾਰੇ ਗੁਨਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਖਸ਼ਣਹਾਰਾ ਹੋ ਕੇ ਬਖਸ਼ ਲੈਂਦਾ। ਉਹ ਬਖਸ਼ਣਹਾਰ ਹੈ। ਹੇ ਬਖਸ਼ਣਹਾਰ ਪ੍ਰਭੂ, ਸਾਡੇ ਗੁਨਾਹ ਬਖਸ਼ ਲੈ, ਅਸੀਂ ਤੇਰਾ ਸ਼ਬਦ ਕਮਾਵੀਏ, ਐਸੀ ਕਿਰਪਾ ਸਾਡੇ ਤੇ ਕਰ। ਜਿਹੜੇ ਉਸ ਗੁਰ ਸ਼ਬਦ ਦੀ ਕਮਾਈ ਕਰਦੇ ਹਨ, ਉਹਨਾਂ ਦੇ ਗੁਨਾਹ ਪਰਮੇਸ਼ਰ ਬਖਸ਼ ਲੈਂਦਾ ਹੈ। ਨਾਨਕ ਮੰਗੈ ਸੱਚ ਗੁਰਮੁਖ ਘਾਲੀਐ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਹੇ ਪ੍ਰਭੂ, ਮੈਂ ਤੁਹਾਡੇ ਚਰਨਾਂ 'ਚੋਂ ਸੱਚ ਮੰਗਦਾ ਹਾਂ, ਮੈਨੂੰ ਆਪਣੇ ਸੱਚੇ ਨਾਮ ਦੀ ਦਾਤ ਬਖਸ਼ ਤੇ ਗੁਰਮੁਖ ਬਣ ਕੇ ਮੈਂ ਉਸ ਨਾਮ ਦੀ ਘਾਲਣਾ ਘਾਲਾਂ। ਗੁਰਮੁਖ ਘਾਲੀ ਹੈ, ਜਿਹੜੇ ਗੁਰਮੁਖ ਨੇ ਉਹ ਸੱਚੇ ਨਾਮ ਦੀ ਘਾਲਣਾ ਘਾਲਦੇ ਨੇ, ਸੱਚੇ ਨਾਮ ਦੀ ਕਮਾਈ ਕਰਦੇ ਹਨ। ਮੈਂ ਤੁਝ ਬਿਨ ਆਵਰ ਨਾ ਕੋਏ ਨਦਰ ਨਿਹਾਲੀਐ। ਹੇ ਮੇਰੇ ਮਾਲਕ ਜੀ, ਹੇ ਮੇਰੇ ਸੁਆਮੀ ਜੀ, ਮੇਰਾ ਤੁਹਾਡੇ ਬਿਨਾ ਹੋਰ ਕੋਈ ਨਹੀਂ। ਮੈਂ ਤੁਝ ਬਿਨ ਬੇਲੀ ਕੋਏ ਨਾਹੀ। ਮਹਾਰਾਜ, ਮੇਰਾ ਤੁਹਾਡੇ ਬਿਨਾ ਕੋਈ ਬੇਲੀ ਨਹੀਂ, ਕੋਈ ਆਸਰਾ ਨਹੀਂ। ਕਿਰਪਾ ਕਰੋ ਮਹਾਰਾਜ, ਆਪਣੀ ਨਜ਼ਰ ਕਰੋ ਔਰ ਆਪਣੀ ਨਜ਼ਰ ਕਰਕੇ ਸਾਨੂੰ ਨਿਹਾਲ 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 ਕਰ ਦਿਓ। ਇਹ ਤਰਸ ਕਰ ਦਿਓ ਮਹਾਰਾਜ, ਆਪਣੀ ਨਜ਼ਰ ਨਾਲ ਸਾਨੂੰ ਨਿਹਾਲ ਕਰ ਦਿਓ।